दादूवाल ਦੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਨੇ ਐਡਵੋਕੇਟ ਜਨਰਲ ਨੂੰ ਹਟਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਚਰਚਾ ਕੀਤੀ। दादूवाल साहब ने कहा कि ਜਿਹੜਾ ਬੰਦਾ ਇਸ ਤੋਂ ਪਹਿਲਾਂ ਦੂਜਿਆਂ ਦੇ ਭਾਵ ਡੇਰੇ ਮੁਖੀ ਦਾ ਵਕੀਲ ਹੋਵੇ ਉਹ ਕਿਹੜੇ ਤਰੀਕੇ ਨਾਲ ਇਨਸਾਫ ਲੈ ਕੇ ਦੇਊਗਾ। ਸਾਡੇ ਸਾਰਿਆਂ ਦੇ ਸਾਹਮਣੇ ਇੱਕ ਤਸਵੀਰ ਕਿ SYL ਦੇ ਮਾਮਲੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਉਹ ਬੰਦਾ ਵਕੀਲ ਚੁਣ ਲਿਆ ਜਿਹੜਾ ਪਹਿਲਾਂ ਹਰਿਆਣੇ ਵੱਲੋਂ ਐਡਵੋਕੇਟ ਜਰਨਲ करके आया सी। ਲੰਪੀ ਸਕਿਨ ਦੀ ਇਸ ਬਿਮਾਰੀ ਦੇ ਨਾਲ ਕਾਫੀ ਕਹਿਰ ਉਹ ਲਗਾਤਾਰ ਨਜ਼ਰ ਆ ਰਿਹਾ। ਗਊਆਂ ਆਏ ਦਿਨ ਉਸਦੀ ਲਪੇਟ ਦੇ ਵਿਚਾਰੇ ਨੇ ਗਈਆਂ ਗਊਆਂ ਜਿਹੜੀਆਂ ਮੌਤ ਦੇ ਮੂੰਹ ਦੇ ਵਿੱਚ ਜਾਂਦੀਆਂ ਉਹ ਨਜ਼ਰ ਆ ਰਹੀਆਂ ਨੇ ਕਿ ਮੱਖੀ ਮੱਛਰ ਚਿੱਚੜ ਇਹਨਾਂ ਤੋਂ ਫੈਲਦੀ ਹੈ। ਇਹ ਬਿਮਾਰੀ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਪਾਈ ਗਈ ਸੀ। 1 ਸਤੰਬਰ ਤੋਂ 54 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ। ਸੀਐਮ ਭਗਵੰਤ ਮਾਨ ਦਾ ਇਹ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 74 ਲੱਖ ਕੁੱਲ ਨੇ। 74 ਲੱਖ ਦੇ ਵਿੱਚੋਂ ਜਿਹੜਾ 54 ਲੱਖ ਹੈ ਉਹਨਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ। ਇਹ 54 ਲੱਖ ਖਪਤਕਾਰਾਂ ਦਾ ਜਿਹੜਾ ਪੈਸਾ ਹੈ ਬਿਜਲੀ ਨਿਗਮ ਨੂੰ ਕੌਣ ਦੇਵੇਗਾ। ਮੁਕਤਖੋਰੀਆਂ ਨੇ ਵੱਖ-ਵੱਖ ਪਹਿਲਾਂ ਮਾਂਜੇ ਤੇ ਮੁਕਤਖੋਰੀ ਨੇ ਹੁਣ ਵੀ ਮਾਂਜ ਦੇਣਾ। ਇਹ ਕਹਿੰਦੇ ਅਸੀਂ ਫਲਾਣੇ ਥਾਂ ਤੋਂ ਦੇਵਾਂਗੇ, ਢਿਮਕੇ ਥਾਂ ਤੋਂ ਦੇਵਾਂਗੇ। ਇੱਕ ਪਾਸੇ ਰਜਿਸਟਰੀਆਂ ਮਹਿੰਗੀਆਂ ਕਰਤੀਆਂ, ਹੋਰ ਕਈ ਚੀਜ਼ਾਂ ਦੇ ਉੱਤੇ ਰੇਤ ਦਾ ਪੈਸਾ ਵਧਾਤਾ। ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਉਹਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸੜਕਾਂ ਜਾਮ ਕੀਤੀਆਂ ਹੋਈਆਂ ਨੇ। ਪ੍ਰਦਰਸ਼ਨ ਉਹਨਾਂ ਦੇ ਵੱਲੋਂ ਉਹ ਕੀਤੇ ਗਏ ਨੇ। ਰੀਨਾ ਜੀ, 295 ਕਰੋੜ ਤੇ 60 ਲੱਖ ਦਾ ਬਕਾਇਆ ਸੀ ਸਰਕਾਰ ਵੱਲੋਂ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫ਼ਤੇ ਭਰ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਖਬਰਾਂ ਕਰਕੇ ਪੂਰਾ ਹਫ਼ਤਾ ਸਰਗਰਮ ਰਿਹਾ ਹੋਵੇ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ, ਚਾਹੇ ਉਹ ਲੰਪੀ ਸਕਿਨ ਦੀ ਬਿਮਾਰੀ ਹੋਵੇ, ਚਾਹੇ ਵਿਕਰਮ ਮਜੀਠੀਆ ਦੀ ਜੇਲ੍ਹ ਤੋਂ ਜ਼ਮਾਨਤ ਹੋਵੇ ਜਾਂ ਹੋਰ ਵੀ ਕਈ ਮੁੱਦੇ ਜਿਨ੍ਹਾਂ ਕਰਕੇ ਪਿਛਲਾ ਹਫ਼ਤਾ ਪੂਰਾ ਗਰਮ ਰਿਹਾ। ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫ਼ਤੇ ਦੇ ਵਿੱਚ ਬਹੁਤ ਅਜਿਹੀਆਂ ਵੱਡੀਆਂ ਖਬਰਾਂ ਰਹੀਆਂ ਨੇ ਜਿਸ ਕਰਕੇ ਪੂਰਾ ਹਫ਼ਤਾ ਸਰਗਰਮ ਰਿਹਾ ਹੋਵੇ। ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਲੰਪੀ ਸਕਿਨ ਦੀ ਇਸ ਬਿਮਾਰੀ ਦੇ ਨਾਲ ਕਾਫੀ ਕਹਿਰ ਉਹ ਲਗਾਤਾਰ ਨਜ਼ਰ ਆ ਰਿਹਾ। ਗਊਆਂ ਆਏ ਦਿਨ ਉਸਦੀ ਲਪੇਟ ਦੇ ਵਿਚਾਰੇ ਨੇ ਗਈਆਂ ਗਊਆਂ ਜਿਹੜੀਆਂ ਮੌਤ ਦੇ ਮੂੰਹ ਦੇ ਵਿੱਚ ਜਾਂਦੀਆਂ ਉਹ ਨਜ਼ਰ ਆ ਰਹੀਆਂ ਨੇ। ਦੇਖੋ, ਇਹ ਬੜੀ ਅਜੀਬ ਕਿਸਮ ਦੀ ਬਿਮਾਰੀ ਹੈ, ਚਮੜੀ ਦੀ ਬਿਮਾਰੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਕਈ ਵਾਰੀ ਮੱਛਰ ਲੜ ਜਾਂਦਾ ਸੀ, ਧੱਫੜ ਪੈ ਜਾਂਦਾ ਸੀ। ਧੱਫੜ ਤੇ ਧੱਫੜੀਆਂ ਵਗੈਰਾ ਇਹ ਉਸੇ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਬਾਰੇ ਡਾਕਟਰ ਸਾਹਿਬ ਸਾਨੂੰ ਦੱਸ ਕੇ ਗਏ ਨੇ ਕਿ ਮੱਖੀ ਮੱਛਰ ਚਿੱਚੜ ਇਹਨਾਂ ਤੋਂ ਫੈਲਦੀ ਹੈ। ਇਹ ਬਿਮਾਰੀ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਵਿੱਚ ਪਾਈ ਗਈ ਸੀ। ਉੱਥੋਂ ਚਲਦੀ ਸਾਡੇ ਮੁਲਕ ਦੇ ਵਿੱਚ ਵੀ ਸ਼ਿਰਕਤ ਕਰ ਗਈ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਗਲਤ ਅਫਵਾਹਾਂ ਦਾ ਯੁੱਗ ਫੈਲ ਰਿਹਾ ਹੈ। ਕਈ ਥਾਵਾਂ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਦੁੱਧ ਪੀਣ ਯੋਗ ਨਹੀਂ ਕੋਈ ਕੁਛ। ਆਪੋ ਆਪਣਾ ਇਹ ਵਪਾਰਕ ਯੁੱਗ ਹੈ। ਵਪਾਰਕ ਯੁੱਗ ਦੇ ਵਿੱਚ ਜਿਹਨੇ ਆਪਦੇ ਵਸਤ ਵੇਚਣੀ ਹੈ, ਸਾਡੇ ਇੱਥੇ ਮੁਕਾਬਲਾ ਇਸ ਕਿਸਮ ਦਾ ਹੈ। ਜੇ ਮੰਨ ਲਓ ਇੱਕ ਬੰਦੇ ਨੇ ਆਪਣੀ ਕਾਮਯਾਬੀ ਦੀ ਲਾਈਨ 20 ਫੁੱਟ ਪਾਈ ਹੈ, ਦੂਜੇ ਦੀ 12 ਫੁੱਟ ਹੈ, ਉਹ ਦੂਜੇ ਦੀ ਵੱਢਣ ਨੂੰ ਫਿਰਦਾ ਜਿਹਦੀ 20 ਫੁੱਟ ਹੈ ਕਿ ਮੈਂ 10 ਫੁੱਟ ਦੀ ਵੱਢ ਦਿਆਂ, ਇਹ ਮੇਰੇ ਤੋਂ 2 ਫੁੱਟ ਪਿੱਛੇ ਹੋ ਜੇ। ਇਹ ਯਤਨ ਨਹੀਂ ਕਰਦਾ ਕਿ ਉਹ ਮੇਰੀ 12 ਫੁੱਟ ਹੈ, ਮੈਂ ਆਪਦੀ 10 ਫੁੱਟ ਕਿਵੇਂ ਵਧਾਵਾਂ। ਉਹਦੇ ਵਿੱਚ ਕਈਆਂ ਨੇ ਅਫਵਾਹਾਂ ਫੈਲਾਤੀਆਂ ਕਿ ਦੁੱਧ ਪੀਣ ਯੋਗ ਨਹੀਂ, ਲੇਕਿਨ ਡਾਕਟਰ ਸਾਹਿਬ ਸਾਨੂੰ ਇਸ ਮਾਮਲੇ 'ਚ ਦੱਸ ਕੇ ਗਏ ਸਨ ਕਿ ਉਬਾਲ ਕੇ 5 ਮਿੰਟ ਰੱਖ ਲਓ, ਫਿਰ ਉਬਾਲਾ ਦੇ ਦਿਓ, 2 ਉਬਾਲੇ ਘੱਟੋ ਘੱਟ ਦੇ ਦਿਓ। ਉਬਾਲਿਆ ਹੋਇਆ ਦੁੱਧ ਕੋਈ ਨੁਕਸਾਨਦੇਹ ਨਹੀਂ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਦੁੱਧੀ ਯੂਨੀਅਨ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਦੱਸਣ ਦਾ ਯਤਨ ਕੀਤਾ ਸੀ ਜੀ। ਸਰਕਾਰੀ ਅੰਕੜਿਆਂ ਦੇ ਦਾਅਵੇ ਜੋ ਮਰਜ਼ੀ ਹੈ, ਇਹਦੇ ਵਿੱਚ ਮਸ਼ੀਨਰੀ ਸੁੱਤੀ ਹੋਈ ਹੈ। ਤਾਜ਼ਾ ਘਟਨਾਕ੍ਰਮ ਵਾਪਰਿਆ ਦੁਗਾਲ ਪਿੰਡ ਦੇ ਵਿੱਚ, ਜਿੱਥੇ ਸੰਤ ਮੁਨੀ ਜੀ ਦੀ ਕੋਈ ਗਊਸ਼ਾਲਾ, 4000 ਤੋਂ ਵੱਧ ਉੱਥੇ ਜਾਨਵਰ ਹੈ। 70 ਗਊਆਂ ਹੁਣ ਤੱਕ ਉੱਥੇ ਮਰ ਚੁੱਕੀਆਂ ਨੇ ਇੱਕੋ ਥਾਂ ਤੇ। ਤੇ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਨਹੀਂ ਗਿਆ, ਘੱਟੋ ਘੱਟ ਗਊਸ਼ਾਲਾਵਾਂ ਨੂੰ ਚੈੱਕ ਤਾਂ ਕਰ ਲਓ ਜਾ ਕੇ। ਆ ਜਿਹੜੇ ਇਹਨਾਂ ਦੇ MLA ਨੇ ਇਹਨੂੰ
ਕੁਲਵੰਤ ਸਿੰਘ ਬਾਜੀਗਰ ਨੂੰ ਬੁਲਾਇਆ ਗਿਆ, ਫਿਰ ਗਾਹਾਂ ਫੋਨ ਕੀਤੇ ਤਾਂ ਮਾੜੇ ਮੋਟੇ ਕਿਤੇ ਤੁਰੇ ਨੇ। ਇਹ ਸਥਿਤੀ ਇਸ ਕਿਸਮ ਦੀ ਹੈ। ਅਸੀਂ ਵੱਧ ਤੋਂ ਵੱਧ ਜਾਨਵਰਾਂ ਦਾ ਖਿਆਲ ਰੱਖੀਏ। ਸਰਕਾਰੀ ਤੌਰ ਦੇ ਉੱਤੇ ਦਾਅਵਿਆਂ ਨਾਲ ਕੁਝ ਨਹੀਂ ਬਣਨਾ। ਜਿੱਥੇ 70 ਲੱਖ 75 ਲੱਖ ਪਸ਼ੂ ਹੋਵੇ, ਤੁਸੀਂ ਕਹਿੰਦੇ ਹੋ ਅਸੀਂ 1,30,000 ਦੇ ਟੀਕਾ ਲਵਾਤਾ, 3,33,000 ਹੋਰ ਆਰਡਰ ਕਰਤਾ। ਇਹ ਊਠ ਦੇ ਮੂੰਹ ਵਿੱਚ ਜੀਰਾ ਨਹੀਂ ਚੱਲਣਾ। ਇਹਦੇ ਤੇ ਗੰਭੀਰਤਾ ਨਾਲ ਲਓ। ਜਿਹੜੇ ਮੰਤਰੀ ਨੇ, ਲਾਲਜੀਤ ਭੁੱਲਰ ਸਾਹਿਬ, 3 ਮੰਤਰੀ ਜਿਨ੍ਹਾਂ ਦੀ ਕਮੇਟੀ ਬਣਾਈ ਹੈ ਭਗਵੰਤ ਮਾਨ ਸਾਹਿਬ ਨੇ, ਉਹਨਾਂ ਨੂੰ ਇਹਦੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੇਰਾ ਨਿੱਜੀ ਤੌਰ ਤੇ ਸੁਝਾਅ ਇਹ ਹੈ ਕਿ ਜਿਹੜੇ ਪਿਛਲੇ 4-5 ਸਾਲਾਂ 'ਚ ਪਸ਼ੂ ਪਾਲਣ ਵਿਭਾਗ 'ਚੋਂ ਡਾਕਟਰ, ਵੈਟਰਨਰੀ ਇੰਸਪੈਕਟਰ ਜਾਂ ਹੋਰ ਸੇਵਾ ਮੁਕਤ ਹੋਏ ਨੇ, ਇੱਕ ਵਾਰੀ ਉਹਨਾਂ ਨੂੰ ਬੁਲਾਓ। ਜਿਹੜਾ ਤਾਂ ਬੰਦਾ ਸਮਾਜ ਸੇਵਾ ਦੇ ਤੌਰ ਤੇ ਆਉਂਦਾ ਵੱਖਰੀ ਗੱਲ ਹੈ, ਜੇ ਉਹਨਾਂ ਨੂੰ ਕੋਈ ਸੇਵਾ ਫਲ ਵੀ ਦੇਣਾ ਪੈ ਜੇ ਦੇ ਦਿਓ। ਲੇਕਿਨ ਇਹ ਬਿਮਾਰੀ ਦੀ ਗੰਭੀਰਤਾ ਨੂੰ ਲੈਂਦੇ ਹੋਏ ਤੁਰੰਤ ਜ਼ਿਲ੍ਹਾ ਪੱਧਰੀ ਕੈਂਪ ਲਾਉਣੇ ਚਾਹੀਦੇ ਹੈ। ਤੇ ਜਿਹੜਾ ਇਹ ਕਹਿੰਦੇ ਆ ਜੀ ਅਸੀਂ ਮੇਲਿਆਂ ਤੇ ਪਾਬੰਦੀ ਲਾਤੀ, ਦੂਜੇ ਥਾਂ ਤੇ ਦੂਜੇ ਲਿਆ ਨਹੀਂ ਸਕਦੇ, ਆ ਕੱਲ੍ਹ ਹੀ ਅਜੇ ਇੱਕ ਜ਼ਿਲ੍ਹੇ ਦੇ ਵਿੱਚ ਭਰਿਆ ਹੋਇਆ ਟਰੱਕ ਇਹਨਾਂ ਬਲਦਾਂ ਦਾ ਫੜਿਆ ਗਿਆ ਹੈ। ਕਹਿਣਾ ਕੁਛ ਹੈ, ਕਰਨਾ ਕੁਛ ਹੈ। ਸਖਤੀ ਦੇ ਰੌਂ 'ਚ ਆਓ। ਇੱਥੇ ਦੂਜੇ ਤਰੀਕੇ ਨਾਲ ਕੋਈ ਸਮਝਣ ਦਾ ਯਤਨ ਨਹੀਂ ਕਰਦਾ। ਜੀ ਢਿੱਲੋਂ ਜੀ, 1 ਸਤੰਬਰ ਤੋਂ 54 ਲੱਖ ਖਪਤਕਾਰਾਂ ਦਾ ਬਿਜਲੀ ਬਿੱਲ ਆਵੇਗਾ ਜ਼ੀਰੋ। ਸੀਐਮ ਭਗਵੰਤ ਮਾਨ ਦਾ ਇਹ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 74 ਲੱਖ ਕੁੱਲ ਨੇ। 74 ਲੱਖ ਦੇ ਵਿੱਚੋਂ ਜਿਹੜਾ 54 ਲੱਖ ਹੈ ਉਹਨਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ। ਇਹ 54 ਲੱਖ ਖਪਤਕਾਰਾਂ ਦਾ ਜਿਹੜਾ ਪੈਸਾ ਹੈ ਬਿਜਲੀ ਨਿਗਮ ਨੂੰ ਕੌਣ ਦੇਵੇਗਾ? ਮੁਕਤਖੋਰੀਆਂ ਨੇ ਵੱਖ-ਵੱਖ ਪਹਿਲਾਂ ਮਾਂਜੇ ਤੇ ਮੁਕਤਖੋਰੀ ਨੇ ਹੁਣ ਵੀ ਮਾਂਜ ਦੇਣਾ। ਤੇ ਇਹ ਕਹਿੰਦੇ ਅਸੀਂ ਫਲਾਣੇ ਥਾਂ ਤੋਂ ਦੇਵਾਂਗੇ, ਢਿਮਕੇ ਥਾਂ ਤੋਂ ਦੇਵਾਂਗੇ। ਇੱਕ ਪਾਸੇ ਰਜਿਸਟਰੀਆਂ ਮਹਿੰਗੀਆਂ ਕਰਤੀਆਂ, ਹੋਰ ਕਈ ਚੀਜ਼ਾਂ ਦੇ ਉੱਤੇ ਰੇਤ ਦਾ ਪੈਸਾ ਵਧਾਤਾ। ਇੱਕ ਪਾਸੇ 10 ਰੁਪਏ ਰਹਿਤ ਕਰ ਦਿਓ, ਦੂਜੇ ਪਾਸੇ 100 ਰੁਪਏ ਕੱਢ ਲਓ ਜੇਬ ਚੋਂ, ਤੇ ਬੰਦਾ ਤਾਂ 90 ਰੁਪਏ ਘਾਟੇ 'ਚ ਚਲਾ ਗਿਆ। ਬਿਹਤਰ ਤਾਂ ਇਹ ਸੀ ਇਹ ਜ਼ੀਰੋ ਕਰਨ ਦੀ ਥਾਂ ਦੇ ਉੱਤੇ ਇਹਦਾ ਪੈਸੇ ਘਟਾ ਦਿੰਦੇ, ਤਾਂ ਕਿ ਲੋਕਾਂ ਨੂੰ ਵੀ ਅਹਿਸਾਸ ਰਹਿੰਦਾ ਕਿ ਅਸੀਂ ਕੁਛ ਨਾ ਕੁਛ ਇਹਦਾ ਅਦਾ ਕਰ ਰਹੇ ਹਾਂ। ਜਿਹੜੀਆਂ ਚੀਜ਼ਾਂ ਮੁਕਤਖੋਰੀ ਦੇ ਵਿੱਚ ਆਉਣਗੀਆਂ ਤੇ ਲੋਕਾਂ ਨੇ ਫਿਰ ਮੁਕਤਖੋਰੀ ਦਾ ਨਜਾਇਜ਼ ਫਾਇਦਾ ਵੀ ਉਠਾਉਣਾ ਹੈ। ਇਹਦੇ ਨਾਲ ਬਿਜਲੀ ਬੋਰਡ ਤੇ ਕਿੰਨਾ ਘਾਟਾ ਪਵੇਗਾ, ਬਿਜਲੀ ਬੋਰਡ ਨੂੰ ਪੈਸਾ ਕਿੱਥੋਂ ਦਿੱਤਾ ਜਾਵੇਗਾ, ਇਹ ਸਾਰਾ ਕੁਛ ਜਿਹੜਾ ਹੈਗਾ ਉਹ ਸਾਰਿਆਂ ਦੇ ਸਾਹਮਣੇ ਹੈ। ਜੀ, ਸਰਕਾਰੀ ਖੰਡਾ ਮਿਲਣ ਨੂੰ ਸਰਕਾਰ ਨੇ ਗੰਨੇ ਦੇ ਬਕਾਏ ਦੇ 100 ਕਰੋੜ ਦਾ ਐਲਾਨ ਕੀਤਾ। ਉੱਥੇ ਹੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਉਹਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸੜਕਾਂ ਜਾਮ ਕੀਤੀਆਂ ਹੋਏ ਨੇ, ਪ੍ਰਦਰਸ਼ਨ ਉਹਨਾਂ ਦੇ ਵੱਲੋਂ ਉਹ ਕੀਤੇ ਗਏ ਨੇ। ਰੀਨਾ ਜੀ, ਇਹ 295 ਕਰੋੜ ਤੇ 60 ਲੱਖ ਦਾ ਬਕਾਇਆ ਸੀ ਸਰਕਾਰ ਵੱਲ ਜਿਹੜੀਆਂ ਸਹਿਕਾਰੀ ਖੰਡ ਮਿੱਲਾਂ ਨੇ। ਉਹਦੇ ਵਿੱਚੋਂ ਸਰਕਾਰ ਨੇ 3 ਕਿਸ਼ਤਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਤੁਹਾਨੂੰ ਮੋੜ ਦੇਵਾਂਗੇ। 100 ਕਰੋੜ ਰੁਪਈਆ 29 ਜੁਲਾਈ ਨੂੰ ਜਾਰੀ ਕੀਤਾ ਗਿਆ ਜੀ। ਹੁਣ ਐਲਾਨ ਕਰਤਾ ਕਿ ਕੱਲ੍ਹ ਨੂੰ 15 ਅਗਸਤ ਤੱਕ 100 ਕਰੋੜ ਰੁਪਈਆ ਇਹਨਾਂ ਦਾ ਹੋਰ ਦੇ ਦਿੱਤਾ ਜਾਵੇਗਾ। 200 ਕਰੋੜ ਹੋ ਗਿਆ। 295 ਕਰੋੜ 60 ਲੱਖ ਰੁਪਈਆ ਬਕਾਇਆ ਸੀ, ਤੇ ਜਿਹੜਾ ਬਾਕੀ ਰਹਿ ਜਾਏਗਾ 95 ਕਰੋੜ 60 ਲੱਖ ਰੁਪਈਆ, ਇਹ ਕਹਿੰਦੇ ਆ, ਸਰਕਾਰ ਕਹਿੰਦੀ ਹੈ ਵੀ 7 ਸਤੰਬਰ ਨੂੰ ਅਸੀਂ ਜਾਰੀ ਕਰ ਦਿਆਂਗੇ ਜੀ। ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਫਗਵਾੜੇ ਦੇ ਵਿੱਚ ਮੋਰਚਾ ਲਾਇਆ ਵਾ, ਉਹ ਪ੍ਰਾਈਵੇਟ ਖੰਡ ਮਿੱਲ ਹੈ। ਉਹਨਾਂ ਵੱਲ ਕਰੀਬ ਕਿਸਾਨਾਂ ਦਾ 72 ਕਰੋੜ ਦਾ ਬਕਾਇਆ ਖੜਾ ਹੈ, ਪਿਛਲੇ ਸਾਲ ਦਾ ਖੜਾ ਹੈ। ਕਿਸਾਨਾਂ ਦੇ ਪੱਲੇ ਰਹੇਗਾ ਕਿ ਜਿਨ੍ਹਾਂ ਨੂੰ ਸਾਲ ਡੇਢ ਸਾਲ 2 ਸਾਲ ਇਹ ਅਦਾਇਗੀਆਂ ਹੀ ਨਹੀਂ ਹੁੰਦੀਆਂ। ਇੱਕ ਪਾਸੇ ਤੁਸੀਂ ਮੁਕਤਖੋਰੀ ਨੂੰ ਬੜਾਵਾ ਦੇ ਰਹੇ ਹੋ, ਜਿਹੜੇ ਪੈਸੇ ਬਿਜਲੀ ਬੋਰਡ ਦੇ ਖਜ਼ਾਨੇ 'ਚ ਆ ਰਹੇ ਆ ਉਹਨੂੰ ਜ਼ੀਰੋ ਕਰਨ ਵਾਲੇ ਪਾਸੇ ਤੁਰੇ ਹੋ, ਤੇ ਦੂਜੇ ਪਾਸੇ ਕਿਸਾਨਾਂ ਦੇ ਪੈਸੇ ਬਕਾਏ ਨਹੀਂ ਦਿੱਤੇ ਤੁਸੀਂ। ਜਿਹੜੇ ਕਿਸਾਨ ਦਾ ਮੰਨ ਲਓ ਲੱਖ ਰੁਪਇਆ ਪਿਛਲੇ ਸਾਲ ਦਾ ਬਕਾਇਆ ਪਿਆ ਹੈ, ਜੇ ਝਟਕੇ ਤਰੀਕੇ ਦੇ ਨਾਲ 2% ਵਿਆਜ ਵੀ ਲਾਇਆ ਜਾਵੇ ਤਾਂ 12 ਦੂਣੀ 24-25 ਹਜ਼ਾਰ ਤਾਂ ਉਹਨਾਂ ਨੂੰ ਵਿਆਜ ਦੇਣਾ ਪੈ ਗਿਆ। ਸਰਕਾਰਾਂ ਮੁਕਤਖੋਰੀ ਕਿਰਪਾ ਕਰਕੇ ਨਾ ਕਰੋ। ਮੁਕਤਖੋਰੀ ਦੀ ਥਾਂ ਤੇ ਲੋਕਾਂ ਨੂੰ ਪੈਸੇ ਦੇਣ ਦੀ ਆਦਤ ਪਾਓ। ਸਸਤੀਆਂ ਦਰਾਂ ਦੇ ਵਿੱਚ ਉਹਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰੋ, ਜ਼ਿਆਦਾ ਵਧੀਆ ਹੋਵੇਗਾ। ਜੀ,
ਜੇ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਜ਼ਿਲ੍ਹਿਆਂ ਦੇ ਵਿੱਚੋਂ ਚੈਕਿੰਗ ਦੇ ਦੌਰਾਨ ਨਸ਼ਾ ਵੀ ਬਰਾਮਦ ਹੁੰਦਾ। ਮੋਬਾਈਲ ਫੋਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਲਗਾਤਾਰ ਬਰਾਮਦ ਕੀਤੇ ਜਾਂਦੇ ਨੇ। ਫਰੀਦਕੋਟ ਜੇਲ੍ਹ ਤੇ ਮੁੜ ਮੋਬਾਈਲ ਫੋਨ ਨੇ ਉਹ ਬਰਾਮਦ ਹੋਏ ਨੇ। ਇੱਕ ਗੱਲ ਮੇਰੀ ਕਹਿਣ ਵਾਲੀ ਰਹੇਗੀ, ਗੰਨਾ ਮਿੱਲਾਂ 'ਚ ਉੱਥੇ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਮੋਰਚਾ ਲਾਇਆ ਹੈ। ਉਹਨਾਂ ਨੇ ਹੁਣ ਇਹਨਾਂ ਨੂੰ 25 ਤਰੀਕ ਤੱਕ ਦਾ ਸਮਾਂ ਦੇਤਾ ਕਿ 25 ਤੱਕ ਤੁਸੀਂ ਜਿਹੜੀ ਭਾਨੂ ਮਿੱਲ ਕਹਿੰਦੇ ਸਾਡੀ ਵੇਚਤੀ ਹਰਿਆਣੇ 'ਚ ਭੁੰਨਾ, ਤੇ ਇਹਨਾਂ ਨੇ ਫਿਰ ਲੈ ਲਿਆ। ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ ਮੋਬਾਈਲ ਫੋਨਾਂ ਵਾਲੀ, ਇਹ ਫਰੀਦਕੋਟ ਦੀ ਜਿਹੜੀ ਜੇਲ੍ਹ ਹੈ ਨਾ, ਇਹ ਰੀਨਾ ਮਾਡਰਨ ਜੇਲ੍ਹ ਹੈ ਜੀ। ਇਹ ਉਹੀ ਮਾਡਰਨ ਜੇਲ੍ਹ ਹੈ ਜਿੱਥੇ 48% ਕੈਦੀ ਨਸ਼ੇ ਦੇ ਆਦੀ ਨੇ। 3333 ਕੁੱਲ ਹਵਾਲਾਤੀ ਤੇ ਕੈਦੀ ਸੀ ਉੱਥੇ। ਪਿਛਲੇ ਹਫ਼ਤੇ ਉਹਨਾਂ ਦਾ ਡੋਪ ਟੈਸਟ ਕਰਾਇਆ ਗਿਆ। 48% ਲੋਕ ਉਹਦੇ ਵਿੱਚ ਨਸ਼ੇ ਦੇ ਸੇਵਨ ਕਰਦੇ ਮਿਲੇ। ਤੇ ਫਿਰ ਇਸੇ ਕਰਕੇ ਹੈ ਜੇ ਨਸ਼ਾ ਉੱਥੇ ਜਾਂਦਾ ਹੈ। ਜਿਹੜੀ ਕਹਿੰਦੇ ਆ ਕਿ ਜੇਲ੍ਹ ਦੇ ਵਿੱਚ ਜੇ ਉਹਨਾਂ ਦੀ ਜਿਹੜੀ ਬਾੜ ਹੈ ਉਹੀ ਖੇਤ ਖਾਣ ਲੱਗ ਜਾਵੇ, ਉਹਨਾਂ ਦਾ ਸਹਾਇਕ ਸੁਪਰਡੈਂਟ ਹੈਰੋਇਨ, ਨਕਦੀ ਤੇ ਹੋਰਨਾਂ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ, ਅਜੇ ਤੱਕ ਬਰਖਾਸਤ ਨਹੀਂ ਕੀਤਾ। ਇਹ ਕਹਿੰਦੇ ਅਸੀਂ ਨਵੇਕਲਾ ਕੰਮ ਕਰਦੇ ਹਾਂ। ਕਰੋ, ਲੋਕਾਂ ਨੂੰ ਪਤਾ ਲੱਗੇ। ਹਰਜੋਤ ਬੈਂਸ ਸਾਹਿਬ, ਉਹਦੇ ਤੇ ਸਖਤ ਕਾਰਵਾਈ ਕਰੋ। ਰੰਗੇ ਹੱਥੀ ਬੰਦਾ ਫੜਿਆ ਗਿਆ ਤੇ ਅਜੇ ਕਹਿ ਰਹੇ ਹੋ ਅਸੀਂ ਉਹਨੂੰ ਬਰਖਾਸਤ ਨਹੀਂ ਕੀਤਾ ਗਿਆ। ਕਰਨਾ ਚਾਹੀਦਾ ਸੀ ਤਾਂ ਕਿ ਦੂਜਿਆਂ ਨੂੰ ਇਸ ਗੱਲ ਦਾ ਸੁਨੇਹਾ ਜਾਵੇ ਕਿ ਜੇ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਸਰਕਾਰ ਉਸ ਮਾਮਲੇ ਦੇ ਵਿੱਚ ਬਰਖਾਸਤ ਵੀ ਕਰ ਸਕਦੀ ਹੈ। ਸੋ ਉਹਨਾਂ ਕੋਲੋਂ ਮੋਬਾਈਲ ਮਿਲੇ ਨੇ, ਉਹਨਾਂ ਕੋਲੋਂ ਜਿਹੜਾ ਤੁਹਾਡਾ ਰੱਬ ਭਲਾ ਕਰੇ 3 ਚਾਰਜਰ ਵੀ ਮਿਲੇ ਨੇ, ਉਹਨਾਂ ਕੋਲੋਂ ਇੱਕ ਜਿਹੜੀ ਸਮਾਰਟ ਘੜੀ ਵੀ ਮਿਲੀ ਹੈ। ਤੇ ਤੁਸੀਂ ਇਹ ਦੇਖੋ ਵੀ ਜਿੱਥੇ ਸਹਾਇਕ ਸੁਪਰਡੈਂਟ ਨਸ਼ੇ ਦਾ ਵਿੱਚ ਫੜਿਆ ਜਾਵੇ, ਉਹ ਸਟਾਫ ਕਿੰਨਾ ਸਮਾਰਟ ਹੋਵੇਗਾ। ਇਹ 1-2 ਜੇਲ੍ਹਾਂ ਨੂੰ ਛੱਡ ਕੇ ਕੁਛ ਮੋਬਾਈਲ 13 ਦੇ ਕਰੀਬ ਪਟਿਆਲੇ ਦੀ ਜੇਲ੍ਹ 'ਚੋਂ ਹੀ ਫੜੇ ਗਏ ਆ ਕੱਲ ਪਰਸੋਂ ਜੀ। ਬਾਕੀ ਜੇਲ੍ਹਾਂ ਵੀ ਹੈਗੀਆਂ ਨੇ। ਇਹ 3-4 ਜੇਲ੍ਹਾਂ ਨੂੰ ਛੱਡ ਕੇ ਜਾਂ ਤਾਂ ਬਾਕੀ ਬੀਬੇ ਰਾਣੇ ਨੇ, ਉੱਥੇ ਹੁੰਦਾ ਹੀ ਨਹੀਂ, ਤੇ ਜਾਂ ਫਿਰ ਇਹ ਹੈ ਕਿ ਉਹ ਇੰਨੇ ਕੁ ਕੰਮ ਚੋਰ ਨਕੰਮੇ ਨੇ, ਕੋਈ ਕਮੀ ਨਹੀਂ ਕਰਦੇ ਆਪਦਾ। ਕੁਛ ਨਾ ਕੁਛ ਤਾਂ ਹੋਵੇਗਾ। ਜਾਂ ਬਹੁਤ ਚੰਗੇ ਨੇ ਕਿ ਉਹ ਸਖਤੀ ਇੰਨੀ ਵਰਤਦੇ ਆ ਕਿ ਉਹ ਕਮੀ ਨਹੀਂ ਹੋਣ ਦਿੰਦੇ। ਕਿਹਾ ਗਿਆ ਕਿ ਜੇ ਜੇਲ੍ਹ ਸੁਪਰਡੈਂਟ ਕਹਿੰਦੇ ਪੂਰਾ ਸਖਤ ਆ ਜਾਵੇ, ਕਿਸੇ ਕੀਮਤ ਦੇ ਉੱਤੇ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਜਿਵੇਂ ਸ਼ੋਲੇ ਫਿਲਮ ਦੇ ਵਿੱਚ ਸਾਨੂੰ ਅਸਰਾਨੀ ਸਾਹਿਬ ਵਾਲਾ ਸੀਨ ਯਾਦ ਆਉਂਦਾ ਹੈ ਜੀ। ਜਥੇਦਾਰ ਦਾਦੂਵਾਲ ਦੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਨੇ ਐਡਵੋਕੇਟ ਜਨਰਲ ਨੂੰ ਹਟਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਪਰਸੋਂ ਹੀ ਜਦੋਂ ਰੱਖੜ ਪੁੰਨਿਆ ਦਾ ਪ੍ਰੋਗਰਾਮ ਸੀ ਤੇ ਭਗਵੰਤ ਮਾਨ ਸਾਹਿਬ ਜਾ ਰਹੇ ਸੀ ਬਾਬੇ ਬਕਾਲੇ, ਉਸ ਵੇਲੇ ਮਾਨ ਸਾਹਿਬ ਨੂੰ ਦਾਦੂਵਾਲ ਸਾਹਿਬ ਮਿਲੇ, ਕਿਉਂਕਿ ਕੱਲ ਨੂੰ 15 ਅਗਸਤ ਹੈ, ਪਰਸੋਂ ਨੂੰ 16 ਅਗਸਤ ਬਰਗਾੜੀ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ ਹੈਗਾ ਬਾਈਬਲ ਕਲਾਂ ਦੇ ਵਿੱਚ। ਉੱਥੇ ਤੈਅ ਹੋਣਾ ਕਿ ਅੱਗੇ ਭਵਿੱਖ ਦੇ ਵਿੱਚ ਕੀ ਕਰਨਾ ਹੈਗਾ। ਦਾਦੂਵਾਲ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਇਸ ਤੋਂ ਪਹਿਲਾਂ ਦੂਜਿਆਂ ਦੇ ਭਾਵ ਡੇਰੇ ਮੁਖੀ ਦਾ ਵਕੀਲ ਹੋਵੇ, ਉਹ ਕਿਹੜੇ ਤਰੀਕੇ ਨਾਲ ਇਨਸਾਫ ਲੈ ਕੇ ਦੇਊਗਾ। ਸਾਡੇ ਸਾਰਿਆਂ ਦੇ ਸਾਹਮਣੇ ਇੱਕ ਤਸਵੀਰ ਕਿ SYL ਦੇ ਮਾਮਲੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਉਹ ਬੰਦਾ ਵਕੀਲ ਚੁਣ ਲਿਆ ਜਿਹੜਾ ਪਹਿਲਾਂ ਹਰਿਆਣੇ ਵੱਲੋਂ ਐਡਵੋਕੇਟ ਜਰਨਲ ਕਰਕੇ ਆਇਆ ਸੀ ਤੇ ਉੱਥੇ ਹਰਿਆਣੇ ਨੂੰ ਕੇਸ ਜਿੱਤ ਕੇ ਦੇ ਕੇ ਆਇਆ ਸੀ। ਹੁਣ ਇਹਨਾਂ ਨੇ ਉਹ ਚੁਣ ਲਿਆ, ਇਸ ਕਰਕੇ ਇਹਦੇ ਵਿੱਚ ਇਹਨੂੰ ਤੁਰੰਤ ਹਟਾਇਆ ਜਾਵੇ। ਕੁਝ ਹੋਰ ਮੰਗਾਂ ਸੀ ਜਿਹੜੀਆਂ ਸ਼ਾਇਦ ਉਹਨਾਂ ਨੇ 16 ਅਗਸਤ ਵਾਲੀ ਵੀ ਜਿਹੜਾ ਬਾਈਬਲ ਕਲਾਂ ਦੇ ਵਿੱਚ ਇਕੱਠ ਹੋਣਾ ਉਹਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਕੀਤੀ ਹੈ। ਮਾਨ ਸਾਹਿਬ ਨੇ ਉਹਨਾਂ ਨੂੰ ਕੋਈ ਭਰੋਸਾ ਵੀ ਦਿੱਤਾ ਹੈ, ਇਹ ਪਤਾ ਲੱਗੇਗਾ। ਲੇਕਿਨ ਜਿਹੜਾ ਐਡਵੋਕੇਟ ਜਨਰਲ ਸਾਹਿਬ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਸਾਰਿਆਂ ਦੀਆਂ ਸਿੱਖ ਜਥੇਬੰਦੀਆਂ ਦੀ ਨਾਰਾਜ਼ਗੀ ਹੈ ਕਿ ਉਹਨਾਂ ਦੀ ਥਾਂ ਤੇ ਕੋਈ, ਅਸੀਂ ਨਹੀਂ ਕਹਿੰਦੇ ਕਿ ਵਿਨੋਦ ਘਈ ਸਾਹਿਬ ਕੋਈ ਮਾੜੇ ਵਕੀਲ ਨੇ, ਬਹੁਤ ਚੰਗੇ ਵਕੀਲ ਨੇ, ਵੱਡੇ ਕੇਸ ਲੜਦੇ ਹੈ, ਪਰ ਸਿੱਖ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਕਿ ਸਰਕਾਰਾਂ ਦੀ ਗੰਭੀਰਤਾ ਇਸੇ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਜਿਹੜਾ ਬੰਦਾ ਪਹਿਲਾਂ ਉੱਥੇ ਐਡਵੋਕੇਟ ਜਨਰਲ ਦਾ ਆਪਣਾ ਡੇਰੇ ਵਾਲੇ ਦਾ ਕੇਸ ਲੜ ਕੇ ਆਇਆ ਹੋਵੇ, ਉਹ ਫਿਰ ਬਾਈਬਲ ਕਲਾਂ ਤੇ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਕਿਵੇਂ ਇਨਸਾਫ ਦਿਵਾ ਸਕਦਾ ਜੀ।
ਅਕਾਲੀ ਆਗੂ ਬਿਕਰਮਜੀਤ ਮਜੀਠੀਆ ਜੋ ਕਿ ਜੇਲ੍ਹ ਤੋਂ ਬਾਹਰ ਆਏ ਨੇ ਤੇ ਜ਼ਮਾਨਤ ਤੋਂ ਉਹਨਾਂ ਦੀ ਮਨਜ਼ੂਰ ਕਰ ਲਈ ਗਈ ਸੀ, ਜਿਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ, ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਵਾਗਤ ਕੀਤਾ ਗਿਆ। ਉੱਥੇ ਉਹਨਾਂ ਦਾ ਕਹਿਣਾ ਕਿ ਸਿਆਸੀ ਰੰਜਿਸ਼ ਦੇ ਚੱਲਦਿਆਂ ਹੀ ਬਿਕਰਮ ਨੂੰ ਜੇਲ੍ਹ ਭੇਜਿਆ ਗਿਆ ਸੀ। ਬਿਕਰਮ ਮਜੀਠੀਆ ਦਾ ਜਿਹੜਾ ਇਹ ਪਰਚਾ ਦਰਜ ਹੋਇਆ ਸੀ ਉਹ ਹੋਇਆ ਸੀ ਦਸੰਬਰ 2021 ਦੇ ਵਿੱਚ। ਪਰਚਾ ਦਰਜ ਹੋ ਗਿਆ, ਉਧਰੋਂ ਚੋਣਾਂ ਦਾ ਐਲਾਨ ਹੋ ਗਿਆ। ਮਜੀਠੀਆ ਸਾਹਿਬ ਨੂੰ ਪਹਿਲਾਂ ਹੇਠਲੀ ਅਦਾਲਤ, ਫਿਰ ਹਾਈ ਕੋਰਟ ਕਿਤੋਂ ਕੋਈ ਰਾਹਤ ਨਾ ਮਿਲੀ, ਉਹ ਅਗਾਊਂ ਜ਼ਮਾਨਤ ਲੈਣਾ ਚਾਹੁੰਦੇ ਸੀ। ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਸ਼ਰਤ ਆਧਾਰਿਤ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਕਿ ਤੁਸੀਂ ਚੋਣਾਂ ਲੜੋ, ਜੁਗ ਜੁਗ ਲੜੋ। ਜਦੋਂ ਚੋਣਾਂ ਖਤਮ ਹੋ ਜਾਣਗੀਆਂ, 20 ਫਰਵਰੀ ਨੂੰ ਚੋਣਾਂ ਖਤਮ ਹੋ ਗਈਆਂ ਤੇ ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ 24 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਨੇ ਮੋਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰਤਾ ਤੇ ਮੋਹਾਲੀ ਦੀ ਅਦਾਲਤ ਨੇ ਉਹਨਾਂ ਨੂੰ ਕੇਂਦਰੀ ਜੇਲ੍ਹ ਪਟਿਆਲੇ ਭੇਜ ਦਿੱਤਾ, ਜਿੱਥੇ ਉਹ ਹੁਣ ਤੱਕ ਰਹੇ। ਤੇ ਹੁਣ ਉਹਨਾਂ ਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਅਦਾਲਤ ਨੇ ਉਹ ਫੈਸਲਾ ਸੁਣਾਉਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਜ਼ਾਦ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਮੱਥਾ ਟੇਕਿਆ ਤੇ ਆਪਣੇ ਸਮਰਥਕਾਂ ਨਾਲ, ਉਹਨਾਂ ਦੇ ਸਮਰਥਕਾਂ ਨੇ ਭੰਗੜੇ ਵੀ ਪਾਏ, ਬੜਾ ਕੁਛ ਕੀਤਾ। ਭਾਵੇਂ ਕੇਸ ਦੇ ਵਿੱਚ ਅਜੇ ਜ਼ਮਾਨਤ ਹੋਈ ਹੈ, ਕੇਸ 'ਚੋਂ ਬਾਕਾਇਦਾ ਤੌਰ 'ਤੇ ਬਰੀ ਨਹੀਂ ਹੋਏ। ਉਹ ਇੱਕ ਨੌਜਵਾਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖਤੀ ਕਿ ਮਜੀਠੀਆ ਸਾਹਿਬ ਨੂੰ ਜਿਹੜਾ ਸਰੋਪਾ ਦਿੱਤਾ ਗੁਰਦੁਆਰੇ ਦੇ ਹੈੱਡ ਗ੍ਰੰਥੀ ਵੱਲੋਂ, ਉਹ ਅਜੇ ਦੋਸ਼ ਮੁਕਤ ਤਾਂ ਹੋਏ ਨਹੀਂ। ਕਿਹੜੇ ਹਿਸਾਬ ਨਾਲ ਦੇਤਾ? ਇੱਥੇ ਸਰੋਪਾ ਤਾਂ ਹਰੇਕ ਦੇ ਗੱਲ 'ਚ ਪਾ ਦਿੰਦੇ ਨੇ। ਕਿਸੇ ਵੇਲੇ ਰਾਮੂਵਾਲੀਆ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲੋਂ ਨਹੀਂ ਦਿੱਤਾ ਕਿ ਇਹਨਾਂ ਨੇ ਜੀ ਦਾੜੀ ਰੰਗੀ ਵੀ ਹੈ। ਇਹਦੇ ਦੂਜੇ ਪਾਸੇ ਜਾਓ, ਭਾਈ ਬਾਲਾਂ ਦਾ ਕਲੀਨ ਸ਼ੇਪ ਤੇ ਇਹ ਵੀ ਦੋਸ਼ ਲੱਗਦੇ ਆ ਕਿ ਕਈ ਜਿਹੜੇ ਸੀਗੇ ਕਈ ਕੁਛ ਦਾ ਸੇਵਨ ਕਰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਸਰੋਪੇ ਦਿੱਤੇ ਸੀਗੇ। ਇਹਦਾ ਜਿਹੜੇ ਸਿੱਖ ਵਿਦਵਾਨ ਆ ਉਹ ਇਹੋ ਹੀ ਗੱਲ ਚਾਹੁੰਦੇ ਆ ਕਿ ਇਹਦੇ ਬਾਰੇ ਕੋਈ ਨਾ ਕੋਈ ਨਿਯਮ ਬਣ ਜਾਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ ਬਣਾ ਲੈਣਾ ਚਾਹੀਦਾ ਕਿ ਕਿਹਨੂੰ ਦੇਣਾ, ਕਿਹਨੂੰ ਨਹੀਂ ਦੇਣਾ। ਇਹ ਨਹੀਂ ਇਹ ਆਪਣਾ ਇਹਨੂੰ ਦੇ ਦਿਓ, ਇਹ ਦੂਜੀ ਪਾਰਟੀ ਦਾ ਇਹਨੂੰ ਨਹੀਂ ਦੇਣਾ। ਉਹ ਆਪਣੇ ਘਰ ਗਏ, ਅੱਜ ਤੱਕ ਉਹ ਅਜੇ ਸਿਆਸੀ ਸਰਗਰਮੀ 'ਚ ਨਹੀਂ, ਆਪਣੇ ਘਰ ਦੇ ਵਿੱਚ ਹੀ ਉਹਨਾਂ ਨੂੰ ਜਿਹੜੇ ਲੋਕ ਹੈ ਬਹੁਤ ਜ਼ਿਆਦਾ ਮਿਲਣ ਵਾਲੇ ਜਾਂਦੇ ਹੈ, ਮਿਲ ਕੇ ਆਉਂਦੇ ਹੈ। ਬੜੇ ਧੜੱਲੇਦਾਰ ਆਗੂ ਨੇਗੇ, ਸਾਬਕਾ ਮੰਤਰੀ ਰਹੇ ਨੇ। ਸੋ ਭਵਿੱਖ ਦੇ ਵਿੱਚ ਉਹ ਰਾਜਨੀਤੀ ਕਿਸ ਤਰ੍ਹਾਂ ਕਿਵੇਂ ਕੁੱਦਦੇ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਲਿਆਂ ਦਾ ਧੰਤਾ ਲੱਗਿਆ ਰਹਿੰਦਾ ਹੈ। ਜੀ, ਹਿਮਾਚਲ ਸਰਕਾਰ ਨੇ ਧਰਮ ਪਰਿਵਰਤਨ ਸੋਧ ਬਿੱਲ ਪਾਸ ਕੀਤਾ ਤੇ ਹੋਵੇਗੀ 10 ਸਾਲ ਦੀ ਕੈਦ ਤੇ ਹਾਂ, ਇਹ ਉਹਨਾਂ ਨੇ ਜੀ 2 ਦਿਨ ਪਹਿਲੇ ਹੀ ਪਾਸ ਕੀਤਾ ਗਾ। ਇਹਦਾ ਨਾਂ ਹੈਗਾ ਧਰਮ ਸੁਤੰਤਰ ਸੰਸ਼ੋਧਨ ਬਿੱਲ 2022 ਜੀ। ਇਹਦੇ ਤਹਿਤ ਬੰਦੇ ਨੂੰ 10 ਸਾਲ ਦੀ ਕੈਦ ਤੇ 2 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਸ਼ੁਕਰ ਕਰੋ ਕਿ ਉਹਨਾਂ ਨੇ ਪਾਸ ਕਰਤਾ। ਆ ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ ਆ ਕਿ ਧਰਮ ਪਰਿਵਰਤਨ ਹੋ ਰਿਹਾ, ਧਰਮ ਪਰਿਵਰਤਨ ਹੋ ਰਿਹਾ ਹੈ, ਤੇ ਸਾਡੀ ਜਿਹੜੀ ਸਰਵਉੱਚ ਜਿਹਨੂੰ ਸ਼੍ਰੋਮਣੀ ਕਹਿੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਤਰ੍ਹਾਂ ਦੀ ਆਪਣੀ ਸਰਕਾਰ ਵੇਲੇ ਇਹੀ ਕਹਿੰਦੇ। ਜਾਂ ਮੌਜੂਦਾ ਸਰਕਾਰ ਨੂੰ ਬੇਨਤੀ ਕਰ ਲਿਓ ਕਿ ਧਰਮ ਪਰਿਵਰਤਨ ਦੇ ਸੰਬੰਧ ਵਿੱਚ ਜਿਹੜਾ ਧੱਕੇ ਨਾਲ ਧਰਮ ਪਰਿਵਰਤਨ ਕਰਾਉਣਾ ਹੈ ਉਹਦਾ ਬਿੱਲ ਤੁਸੀਂ ਵੀ ਪਾਸ ਕਰ ਦਿਓ, ਇਹਨੂੰ ਸਖਤ ਬਣਾ ਦਿਓ ਤਾਂ ਕਿ ਲੋਕ ਲਾਲਚ ਬਸ ਦੂਜੇ ਪਾਸੇ ਨੂੰ ਨਾ ਜਾਣ ਤੇ ਆਪਾਂ ਆਪਣੇ ਫਰਜ਼ ਕੀ ਨੇ ਉਹਦੇ ਵਾਲੇ ਪਾਸੇ ਵੀ ਝਾਤੀ ਮਾਰ ਗਈ। ਜੀ, ਬਿਹਾਰ ਦੀ ਗੱਲ ਕੀਤੀ ਜਾਵੇ ਤਾਂ ਬਿਹਾਰ ਦੇ ਵਿੱਚ ਭਾਰੀ ਉਲਟਫੇਰ, ਭਾਜਪਾ ਨੂੰ ਨਿਤਿਸ਼ ਤੇਜਸਵੀ ਨੇ ਦਿਖਾਇਆ ਬਾਹਰ ਦਾ ਰਸਤਾ। ਬਿਲਕੁਲ ਜੀ, ਭਾਰਤੀ ਜਨਤਾ ਪਾਰਟੀ ਤੇ ਪਹਿਲਾਂ ਨਿਤੀਸ਼ ਕੁਮਾਰ ਦੀ ਸਾਂਝੀ ਸਰਕਾਰ ਸੀ। ਜਦੋਂ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਦੇ ਬਣਾਇਆ ਗਿਆ ਤੇ ਠਾਕਰੇ ਪਰਿਵਾਰ ਨੂੰ ਸੱਤਾ ਤੋਂ ਬਾਹਰ ਕਰਤਾ ਤੇ ਨਿਤੀਸ਼ ਕੁਮਾਰ ਨੂੰ ਵੀ ਇਸ ਗੱਲ ਦਾ ਫਿਕਰ ਜਾਗ ਗਿਆ ਕਿ ਕਿਤੇ ਸਾਡੇ ਨਾਲ ਵੀ ਇਹੀ ਖੇਡ ਨਾ ਖੇਡ ਦੇਣ। ਉਹ ਖੇਡ ਖੇਡਦੇ ਉਹਨਾਂ ਨੇ ਪਹਿਲ ਕਰਕੇ ਚਾਚੇ ਭਤੀਜੇ ਨੇ ਸਰਕਾਰ ਬਣਾ ਲਈ। ਜਿੰਨੀਆਂ ਸੀਟਾਂ ਭਾਜਪਾ ਕੋਲ ਨੇ, ਰਾਸ਼ਟਰੀ ਜਨਤਾ ਦਲ ਕੋਲੇ ਉਦੋਂ ਕਿਤੇ ਵੱਧ ਨੇ। ਉਹਦੇ ਵਿੱਚ ਖੱਬੀਆਂ ਧਿਰਾਂ ਵੀ ਨੇ, ਉਹਦੇ ਵਿੱਚ ਜੀਤਨ ਰਾਮ ਮਾਝੀ ਵੀ ਹੈ ਜਿਹੜਾ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ, ਹੋਰ ਵੀ ਕਈ ਨੇ। ਇਹ ਸਾਰਿਆਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੋਈ ਹੈ ਤੇ 164 ਵਿਧਾਇਕਾਂ ਦੀ ਉਹਨਾਂ ਨੇ ਦਾਅਵਾ ਕੀਤਾ ਸਾਨੂੰ। ਤੇ ਚਾਚਾ ਜੀ ਮੁੱਖ ਮੰਤਰੀ ਬਣ ਗਏ, ਨਿਤੀਸ਼ ਫਿਰ 8ਵੀਂ ਵਾਰ ਮੁੱਖ ਮੰਤਰੀ ਦਾ ਮੁੱਖ ਮੰਤਰੀ, ਤੇ ਉਹਨਾਂ ਦੇ ਨਾਲ ਲਾਲੂ ਪ੍ਰਸਾਦ ਯਾਦਵ ਦਾ ਬੇਟਾ ਤੇਜਸਵੀ ਯਾਦਵ ਵੀ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਸੁਸ਼ੋਭਿਤ ਹੋ ਗਿਆ। ਬਾਕੀ ਮੰਤਰੀ ਮੰਡਲ ਦਾ ਮੇਰੇ ਖਿਆਲ 15 ਅਗਸਤ ਤੋਂ ਬਾਅਦ ਵਾਧਾ ਕੀਤਾ ਜਾਵੇਗਾ। ਜੀ, ਅਕਾਲੀ ਦਲ ਨੇ ਸੁਖਬੀਰ ਬਾਦਲ ਨੂੰ ਹੀ ਮੰਨਿਆ ਆਪਣਾ ਆਗੂ ਤੇ ਲੋਕ ਪ੍ਰਵਾਨ ਕਰਨਗੇ ਜਾਂ ਨਹੀਂ।
ਦੇਖੋ ਲੋਕ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ, ਉਹ ਤਾਂ ਕਮੈਂਟ ਹੀ ਪੜ੍ਹ ਲਓ ਥੱਲੇ ਕਿੰਨੇ ਕੀਤੇ ਵੀ ਹੈ। ਚੁੰਦਾ ਕਮੇਟੀ ਨੇ ਇੱਕ ਰਿਪੋਰਟ ਬਣਾਈ ਕਿ ਲੀਡਰਸ਼ਿਪ ਵਿੱਚ ਤਬਦੀਲੀ ਆ, ਉਹ ਕਿਸੇ ਨੂੰ ਨਹੀਂ ਪਤਾ ਰਿਪੋਰਟ ਕਿਹਦੇ ਕੋਲ ਹੈ ਕਿੱਥੇ ਹੈ। ਇਹਨਾਂ ਦੇ ਕਦੀ ਵਰਕਿੰਗ ਕਮੇਟੀ ਪਹਿਲਾਂ ਕਦੇ ਭੰਗ ਕਰਤੀ, ਕਦੇ ਜਿਉਂ ਜਾ ਚੜੀਏ, ਕਦੇ ਮਰ ਜਾ ਚੜੀਏ, ਉਹ ਇਕੱਠ-ਵੱਠ ਕੀਤਾ ਗਿਆ। ਉਹਦੇ ਵਿੱਚ ਉਹੀ ਲੋਕ ਨੇ ਜਿਹੜੇ ਉਹਨਾਂ ਦੇ ਆਪ ਦੇ ਪੱਖੀ ਨੇ। ਜਾਂ ਤਾਂ ਨਿਰਪੱਖਤਾ ਦੇ ਨਾਲ, ਜੇ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਲੋਕ ਉਹਨਾਂ ਦੇ ਨਾਲ ਨੇ, ਤਾਂ ਕਿਸੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਦੀ ਰਾਏ ਮੰਗ ਲਈ ਜਾਵੇ ਪੰਜਾਬ ਦਿਆਂ ਦੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੌਰ ਤੇ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ। ਜੇ ਤੁਸੀਂ 2017 ਦੇ ਵਿੱਚ ਲੋਕ ਗੱਲ ਨੂੰ ਸਮਝ ਗਏ ਹੁੰਦੇ, 5 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਲੋਕ ਭਾਵਨਾਵਾਂ ਦੇ ਤਹਿਤ ਤੁਰਦੇ, ਤਾਂ ਅੱਜ ਵਾਲੀ ਸਥਿਤੀ ਨਹੀਂ ਹੋਣੀ ਸੀ ਜਿੱਥੇ ਤੁਸੀਂ 3 ਸੀਟਾਂ ਤੇ ਅਟਕ ਗਏ ਤੇ ਬਾਪੂ ਜੀ ਵੀ ਆ ਤੁਰੇ ਉੱਥੇ ਇਕੱਠੇ ਹੋ ਕੇ ਕੋਰ ਕਮੇਟੀ ਦੇ ਵਿੱਚ ਬਹਿ ਗਏ। ਲੋਕ ਤਾਂ ਹੋਰ ਸ਼ਬਦ ਵਰਤਦੇ ਆ ਇਹ ਕਮੇਟੀ ਨੂੰ, ਆਪਾਂ ਨਹੀਂ ਉਹ ਸ਼ਬਦ ਇੱਥੋਂ ਕਹਿ ਸਕਦੇ। ਸੋ ਉੱਥੇ ਆ ਕੇ ਫਿਰ ਪੱਤਰਕਾਰਾਂ ਨੇ ਸਵਾਲ ਪੁੱਛਿਆ, ਉਹ ਛੱਡੋ ਕਾਕਾ, ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ, 3 ਸੀਟਾਂ ਨੂੰ ਹੀ ਹਾਰ ਮੰਨੀ ਜਾਂਦੇ। ਉਹਦੇ ਵਿੱਚੋਂ ਵੀ ਮਨਪ੍ਰੀਤ ਸਿੰਘ ਇਹ ਵਾਲੀ ਪਾਸੇ ਚਲਿਆ ਗਿਆ। ਫਿਰ ਇਹਨਾਂ ਦੀ ਜੰਗ ਹੋਈ ਕਿ ਉਹ ਪਹਿਲਾਂ ਕੋਈ ਸਮਾਂ ਹੁੰਦਾ ਸੀ ਉਦੋਂ ਕਹਿੰਦੇ ਕਾਂਗਰਸ ਦੀ B ਟੀਮ ਹੈ, ਕਾਂਗਰਸ ਦਖਲਅੰਦਾਜ਼ੀ ਕਰਦੀ ਹੈ, ਤੇ ਹੁਣ ਭਾਰਤੀ ਜਨਤਾ ਪਾਰਟੀ ਦਾ ਕਹਿਤਾ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਖੇਤਰੀ ਪਾਰਟੀਆਂ ਨੂੰ, ਤੇ ਅੱਡੀਆਂ ਲਾ ਕੇ ਉਹਨਾਂ ਨੂੰ ਦ੍ਰੋਪਦੀ ਮੁਰਮੂ ਨੂੰ ਸਪੋਰਟ ਕਰਨ ਵਾਸਤੇ ਭੱਜੇ ਗਏ। ਮਨਜਿੰਦਰ ਸਿੰਘ ਸਰਸਾ ਪੁੱਛਦਾ ਹੈ ਕਿ ਇਹ ਦੱਸੋ ਕਿ ਉਪ ਰਾਸ਼ਟਰਪਤੀ ਵਾਸਤੇ ਕਿਹਨੇ ਕਿਹਾ ਸੀ? ਚਲੋ ਉਹ ਤਾਂ ਤੁਹਾਨੂੰ ਨੱਡੇ ਹੋਰਾਂ ਨੇ ਕਹਿਤਾ। ਇਹੀ ਗੱਲ ਮਨਪ੍ਰੀਤ ਐਲੀ ਕਹਿੰਦੇ ਮੈਨੂੰ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਨਾਲ ਬਹਿੰਦਾ ਜਾ ਕੇ ਤੇ ਵੋਟ ਤੁਸੀਂ ਪਾਓ, ਨੰਗੇ ਪੈਰੀ ਭੱਜੇ ਜਾਓ, ਮਾੜਾ ਸੱਦਾ ਕੀ ਆ ਗਿਆ। ਸੋ ਅੰਦਰਲੇ ਪਾਸੇ ਜਾਣਕਾਰੀ ਆ ਸੂਤਰਾਂ ਦੀ ਕਿ ਕਈ ਆਗੂਆਂ ਨੇ ਸੁਖਬੀਰ ਬਾਦਲ ਦੀ ਚਾਪਲੂਸੀ ਵਾਲੀ ਟੀਮ ਦਾ ਵੀ ਜ਼ਿਕਰ ਕੀਤਾ ਕਿ ਇਹ ਲੋਕ ਹੀ ਮਰਵਾਉਂਦੇ ਹੁੰਦੇ ਆ, ਅਸਲੀਅਤ ਤੇ ਜਾਓ। ਅਕਾਲੀ ਦਲ ਨਹੀਂ, ਜਿਹੜਾ ਤੁਸੀਂ 50-60 ਬੰਦੇ ਸੱਦ ਲਏ, ਸੱਚਾਈ ਨਾਲ ਕਹਿ ਦਿਓ ਕਿ ਝੁੰਦਾ ਕਮੇਟੀ ਜਿਹੜੀ 100 ਹਲਕਿਆਂ 'ਚ ਜਾ ਕੇ ਆਈ ਸੀ ਉਹਨੂੰ ਲੋਕਾਂ ਨੇ ਰਾਏ ਕੀ ਦਿੱਤੀ ਸੀ, ਜਾਂ ਇੱਕ ਮਾਧਿਅਮ ਰਾਹੀਂ ਵੋਟਿੰਗ ਕਰਾ ਲਓ, ਪਤਾ ਕਰ ਲਓ ਕਿ ਤੁਹਾਨੂੰ ਕਿੰਨੇ % ਲੋਕ ਹੈ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਆ ਤੇ ਕਿੰਨੇ % ਲੋਕ ਹੈ ਜਿਹੜੇ ਪ੍ਰਧਾਨ ਨਹੀਂ ਦੇਖਣਾ ਚਾਹੁੰਦੇ, ਪਤਾ ਲੱਗ ਜਾਵੇਗਾ। ਔਰ ਜੇ ਲੋਕ ਭਾਵਨਾਵਾਂ ਦੇ ਉਲਟ ਜਾ ਕੇ ਫੈਸਲਾ ਕਰੋਗੇ ਤੇ ਲੋਕਾਂ ਨੇ ਫਿਰ 2024 ਦੇ ਵਿੱਚ ਵੀ 17 ਵਾਲਾ, 19 ਵਾਲਾ ਤੇ 22 ਵਾਲਾ ਸਬਕ ਸਿਖਾ ਦੇਣਾ। ਜ਼ਮੀਨੀ ਹਕੀਕਤ ਤੇ ਜਾਓ, ਕਿੰਨਾ ਕਾਰਨਾਂ ਕਰਕੇ ਇਹ ਸੰਸਥਾਵਾਂ ਕਮਜ਼ੋਰ ਹੋਈਆਂ ਨੇ, ਉਹਨਾਂ ਚੀਜ਼ਾਂ ਨੂੰ ਘੋਖ ਕਰਨ ਦੀ ਜ਼ਰੂਰਤ ਹੈ। ਜੀ, ਪ੍ਰਗਟ ਸਿੰਘ ਨੇ ਕੇਜਰੀਵਾਲ ਦੇ 2 ਵਿਦਿਆਰਥੀਆਂ ਨੂੰ ਕਰਜ਼ਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ 99 ਨੇ ਕੀਤਾ ਸੀ ਅਪਲਾਈ, 19 ਕਰੋੜ ਰੁਪਇਆ ਤਾਂ ਮਸ਼ਹੂਰੀ ਤੇ ਹੀ ਖਰਚ ਕਰ ਦਿੱਤਾ ਇਹਨਾਂ ਨੇ। ਇੱਕ ਯੋਜਨਾ ਬਣਾਈ ਸੀ ਰੀਨਾ ਜੀ ਪਿਛਲੇ ਸਮੇਂ ਦੇ ਦੌਰਾਨ। ਉਹ ਯੋਜਨਾ ਤਹਿਤ 21 ਤੇ 22 ਵਾਸਤੇ ਮੰਗਿਆ ਸੀ ਕਿ 10 ਲੱਖ ਰੁਪਇਆ ਅਸੀਂ ਵਿਦਿਆਰਥੀਆਂ ਨੂੰ ਦੇਵਾਂਗੇ ਤਾਂ ਕਿ ਉਹ ਚੇਰੀ ਸਿੱਖਿਆ ਪੜ੍ਹ ਸਕੇ। ਸ਼ਾਇਦ ਇਹ ਕਰਜ਼ਾ ਵਿਆਜ ਰਹਿਤ ਸੀ। ਇਹਦੇ ਵਿੱਚ ਉਹਨਾਂ ਨੇ ਕਹਿੰਦੇ ਵੀ 99 ਇੱਕ ਘੱਟ 90 ਲੋਕਾਂ ਨੇ, ਵਿਦਿਆਰਥੀਆਂ ਨੇ ਅਪਲਾਈ ਕੀਤਾ ਤੇ ਮਿਲਿਆ ਕਿੰਨਿਆਂ ਨੂੰ? 2, ਭਾਵ 20 ਲੱਖ ਰੁਪਇਆ। ਇਹਦੀ ਮਸ਼ਹੂਰੀ ਤੇ 19 ਕਰੋੜ ਰੁਪਇਆ ਖਰਚ ਕਰਤਾ, ਜਿਹਦਾ ਤੰਜ ਸਾਰੇ ਰਾਜਾ ਵੜਿੰਗ ਵੀ ਚੱਕ ਰਹੇ ਨੇ, ਪ੍ਰਗਟ ਸਿੰਘ ਵੀ ਚੱਕ ਰਹੇ ਨੇ, ਅਕਾਲੀ ਦਲ ਦੇ ਵੀ ਕਈ ਆਗੂ ਚੱਕ ਰਹੇ ਨੇ। ਸੋ ਇਸ ਕਰਕੇ ਉਹ ਲੋਕ ਇਹ ਗੱਲ ਕਹਿੰਦੇ ਨੇ ਕਿ ਜੇ 19 ਕਰੋੜ ਦੇ ਵਿੱਚ ਜੇ 90 ਬੰਦੇ ਵੀ ਹੁੰਦੇ, ਉਹਨਾਂ ਨੂੰ 10-10 ਲੱਖ ਤੁਸੀਂ ਦੇਣਾ ਸੀ ਤਾਂ ਵੀ 9 ਕਰੋੜ ਹੀ ਬਣਦਾ, ਤੇ 19 ਕਰੋੜ ਤੁਸੀਂ ਉਹ ਚੀਜ਼ ਤੇ ਖਰਚ ਦਿੱਤਾ। ਇਸ ਕਰਕੇ ਜਿਹੜਾ ਹੈਗਾ ਇਹ 2 ਬੰਦਿਆਂ ਨੂੰ ਸਿਰਫ 20 ਲੱਖ ਰੁਪਇਆ ਮਿਲਿਆ। ਮਸ਼ਹੂਰੀ ਵੱਧ, ਉਹ ਕਹਿੰਦੇ ਆ ਵੀ ਇਹ ਕਰਦੇ ਕੁਛ ਹੈ, ਕਹਿੰਦੇ ਕੁਛ ਹੈ, ਇਹਨਾਂ ਦੀ ਕਹਿਣੀ ਤੇ ਕਰਨੀ ਇੱਕ ਨਹੀਂ ਹੈਗੀ। ਲੋਕਾਂ ਦਾ ਬੇਵਕੂਫ ਬਣਾਉਣ ਵਾਸਤੇ ਸਾਰਾ ਦਿਨ ਪ੍ਰਚਾਰ ਕੀਤਾ ਜਾਂਦਾ ਹੈ। ਜਿਹੜਾ ਕਹਿੰਦੇ ਪ੍ਰਚਾਰ ਸ਼ੀਲਾ ਦੀਕਸ਼ਿਤ ਦਾ ਕੁਝ ਕਰੋੜਾਂ ਦਾ ਸੀ, ਉਹਨੂੰ ਅਰਵਿੰਦ ਕੇਜਰੀਵਾਲ ਨੂੰ ਸੈਂਕੜੇ ਕਰੋੜਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਜੀ, ਸ਼ਹੀਦ ਸੁਖਦੇਵ ਸਿੰਘ ਦੀ ਯਾਦ ਦੇ ਵਿੱਚ ਬਣੇ ਟਰਸਟ ਨੇ ਆਜ਼ਾਦੀ ਸਮਾਗਮ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਸ਼ਹੀਦ ਸੁਖਦੇਵ ਦੇ ਕਹਿੰਦੇ ਜਿਹੜੀ ਉਹਨਾਂ ਦੀ ਘਰ ਹੈ, ਜਿਹਨੂੰ ਕੌਮੀ ਯਾਦਗਾਰ ਦਾ ਰੁਤਬਾ ਦਿੱਤਾ ਹੋਇਆ ਹੈ, ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹਨਾਂ ਨੇ 50 ਲੱਖ ਰੁਪਇਆ ਜਾਰੀ ਕੀਤਾ ਸੀ।
ਉੱਥੋਂ ਦੇ ਜਿਹੜੇ ਨਗਰ ਨਿਗਮ ਤੇ ਹੋਰ ਰਾਜਨੀਤਿਕ ਘੜੰਮ ਚੌਧਰੀ ਹੈ ਉਹਨਾਂ ਨੇ ਇਹਦੇ 'ਚ ਅੜਿੱਕੇ ਪਾਏ, ਕੰਮ ਨਹੀਂ ਹੋਇਆ। ਲੋਕਾਂ ਨੂੰ ਆਸ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਖਟਕੜ ਕਲਾਂ ਸਹੁੰ ਚੱਕ ਕੇ ਆਏ ਨੇ, ਉਹ ਕਹਿੰਦੇ ਵੀ ਤੁਸੀਂ ਇਕੱਲੇ ਭਗਤ ਸਿੰਘ ਨੂੰ ਤਰਜੀਹ ਦਿੰਦੇ ਹੋ, ਵੀ ਸ਼ਹੀਦ ਤੇ ਰਾਜਗੁਰੂ ਤੇ ਸੁਖਦੇਵ ਵੀ ਨਾਲ ਹੀ ਹੋਏ ਸੀ। ਉਹਦੀ ਦੁਰਦਸ਼ਾ ਹੈਗੀ, ਉਹਦੀ ਕੋਈ ਸੜਕ ਚੌੜੀ ਕਰਨੀ ਸੀ, ਕੁਝ ਕੰਮ ਉਹ ਨਹੀਂ ਹੋਏ, ਜਿਹਦੇ ਕਰਕੇ ਜਿਹੜਾ ਉਹ ਟਰਸਟ ਹੈ ਉਹਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਆਜ਼ਾਦੀ ਦਿਵਸ ਸਮਾਗਮ ਦਾ ਸੂਬਾ ਪੱਧਰੀ ਸਮਾਗਮ ਲੁਧਿਆਣੇ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਉਹ ਬਾਈਕਾਟ ਕਰਨਗੇ, ਨਹੀਂ ਜਾਣਗੇ। ਪਤਾ ਨਹੀਂ ਪਿਛਲੇ ਹਫ਼ਤੇ ਦੀ ਜਦੋਂ ਇਹ ਖਬਰ ਛਪੀ ਸੀ, ਅੱਜ 14 ਅਗਸਤ ਹੋ ਗਿਆ ਹੈ, ਇਹਦੇ ਬਾਰੇ ਉੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਮਨਾ ਲਿਆ ਜਾਂ ਨਹੀਂ ਮਨਾ ਲਿਆ, ਇਹ ਕੱਲ੍ਹ ਪਤਾ ਲੱਗੇਗਾ ਕਿ ਉਹ ਟਰਸਟ ਵਾਲੇ ਉੱਥੇ ਜਾ ਕੇ ਸ਼ਮੂਲੀਅਤ ਕਰਦੇ ਆ ਜਾਂ ਨਹੀਂ ਕਰਦੇ। ਢਿੱਲੋਂ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੀ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ, ਧੰਨਵਾਦ।